Good evening, students. Myself Jatin Bansal. Today we will discuss part 3 of motion and force. You know very well, journal science is the main topic of ETT second exam. ਤੁਹਾਨੂੰ ਪਤਾ ਹੀ ਹੈ ਆਪਣੇ ਪੰਜਾਬ ਦੇ ਵਿੱਚ ਮੋਸਟ ਆਫ ਸਟੂਡੈਂਟਸ ਜੋ ETT ਸੈਕਿੰਡ ਐਗਜ਼ਾਮ ਦੇਣਗੇ ਉਹ ਆਰਟਸ ਫੀਲਡ ਤੋਂ ਬਿਲੋਂਗ ਕਰਦੇ ਨੇ। ਸੋ ਉਹਨਾਂ ਨੂੰ ਜਿਹੜਾ ਸਾਇੰਸ ਦਾ ਟੌਪਿਕ ਹੈਗਾ ਉਹ ਨਹੀਂ ਆਉਂਦਾ ਮੋਸਟ ਆਫ ਸਟੂਡੈਂਟਸ ਨੂੰ, ਅਤੇ ਦੇਰ ਆਰ ਵੈਰੀ ਲੈਸ ਬੁੱਕਸ ਇਨ ਮਾਰਕੀਟ। ਤਾਂ ਮਾਰਕੀਟ ਦੇ ਵਿੱਚ ਕੋਈ ਇੰਨੇ ਜ਼ਿਆਦਾ ਬੁੱਕਸ ਵੀ ਅਵੇਲੇਬਲ ਨਹੀਂ ਹੈਗੀਆਂ ਵੀ ਕੋਈ ਅੱਛੀ ਇਨਫੋਰਮੇਸ਼ਨ ਤੁਹਾਨੂੰ ਮਿਲ ਜੂਗੀ। ਦੈਟਸ ਵਾਈ ਤੁਹਾਨੂੰ ਮੈਂ YouTube ਦੇ ਉੱਤੇ ਪੂਰੀ ਡਿਟੇਲ ਦੇ ਵਿੱਚ ਸਾਰੀ ਥਿਊਰੀ ਪਲੱਸ 200 ਪਲੱਸ MCQ ਹਰ ਇੱਕ ਚੈਪਟਰ ਦਾ ਤੁਹਾਨੂੰ ਮੈਂ ਦੇ ਰਿਹਾ। ਅੱਗੇ ਦੇ ਅੱਗੇ ਬਸ ਵੀਡੀਓਜ਼ ਨੂੰ ਸ਼ੇਅਰ ਜ਼ਰੂਰ ਕਰ ਦਿਓ। ਬਹੁਤ ਐਕਸਲੈਂਟ ਨੋਟਸ ਨੇ, ਆਪਣੇ ਕਾਪੀ 'ਤੇ ਨੋਟ ਜ਼ਰੂਰ ਕਰ ਲਿਆ ਕਰੋ। ਜੇਕਰ ਤੁਸੀਂ ਚੈਨਲ 'ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਅੱਗੇ ਆਪਣੇ ਫਰੈਂਡਸ ਦੇ 'ਚ ਸ਼ੇਅਰ ਕਰ ਦਿਓ ਵੀ ਤਾਂ ਜੋ ਉਹਨਾਂ ਲਵੇ ਵੀ ਨਵੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਆ ਸਕਣ। ਤਾਂ ਚਲੋ ਅੱਜ ਦਾ ਸੈਸ਼ਨ ਆਪਾਂ ਸਟਾਰਟ ਕਰਦੇ ਹਾਂ। ਇਹ ਜੋ ਜਰਨਲ ਸਾਇੰਸ ਹੈ ਇਕੱਲਾ ETT ਸੈਕਿੰਡ ਐਗਜ਼ਾਮ ਦੇ ਲਈ ਨਹੀਂ ਹੈਗਾ, ਹੋਰ ਵੀ ਜੋ ਵੀ ਤੁਸੀਂ ਆਪਣੇ ਪੰਜਾਬ ਦੇ ਐਗਜ਼ਾਮ ਦਿੰਦੇ ਹੋ ਲਾਈਕ PPSC ਦਾ ਐਗਜ਼ਾਮ ਦੇ ਰਹੇ ਹੋ ਜਾਂ ਆਪਾਂ ਕਹਿ ਦਈਏ ਪਟਵਾਰੀ ਦਾ ਐਗਜ਼ਾਮ ਦੇਣਾ ਜਾਂ PS ਟੈਟ ਦਾ ਐਗਜ਼ਾਮ ਦੇਣਾ, PS PCL ਸਾਇੰਸ ਤਾਂ ਸਾਰੇ ਹੀ ਐਗਜ਼ਾਮਸ ਦੇ ਵਿੱਚ ਆਉਣੀ ਹੈ। ਓਕੇ, ਤਾਂ ਦੈਟਸ ਵਾਈ ਇੰਪੋਰਟੈਂਟ ਸਭ ਲਈ ਹੈਗਾ, ਤਾਂ ਤੁਸੀਂ ਸਾਰੇ ਸਟੂਡੈਂਟਸ ਇਸ ਨੂੰ ਜ਼ਰੂਰ ਸਟੱਡੀ ਕਰ ਲਿਆ ਕਰੋ। ਓਕੇ, ਚਲੋ ਸਟਾਰਟ ਕਰਦੇ ਹਾਂ। ਹਾਂਜੀ, ਇਨਰਸ਼ੀਆ ਤਾਂ ਬਹੁਤ ਹੀ ਫੇਮਸ ਟਰਮ ਹੈਗਾ। ਇਨਰਸ਼ੀਆ ਕੀ ਹੁੰਦਾ ਕੀ ਹੈਗਾ, ਪਹਿਲਾਂ ਇਹਦੀ ਆਪਾਂ ਡੈਫੀਨੇਸ਼ਨ ਪੜ੍ਹਦੇ ਹਾਂ। ਦੀ ਟੈਂਡੈਂਸੀ ਆਫ ਅ ਬਾਡੀ ਟੂ ਰਿਮੇਨ ਇਨ ਇਟਸ ਸਟੇਟ ਆਫ ਰੈਸਟ ਔਰ ਆਫ ਯੂਨੀਫਾਰਮ ਮੋਸ਼ਨ ਅਲੋਂਗ ਅ ਸਟ੍ਰੇਟ ਲਾਈਨ ਇਜ਼ ਕਾਲਡ ਇਨਰਸ਼ੀਆ। ਤਾਂ ਇਨਰਸ਼ੀਆ ਕੀ ਹੈ, ਬੇਸਿਕਲੀ ਇੱਕ ਟੈਂਡੈਂਸੀ ਹੈ ਓਬਜੈਕਟ ਦੀ। ਫੋਰ ਐਗਜ਼ਾਮਪਲ ਮੰਨ ਕੇ ਚਲੋ ਇੱਕ ਟੇਬਲ ਹੈ, ਇਸ ਦੇ ਉੱਤੇ ਇੱਕ ਬੁੱਕ ਪਈ ਹੈ, ਠੀਕ ਹੈ, ਉਹ ਮੂਵ ਨਹੀਂ ਕਰ ਰਹੀ ਹੈਗੀ। ਤਾਂ ਇਨਰਸ਼ੀਆ ਕੀ ਹੈ, ਇਸ ਬਾਡੀ ਦੀ ਇੱਕ ਟੈਂਡੈਂਸੀ ਹੈ, ਮਤਲਬ ਬੁੱਕ ਦੀ ਇੱਕ ਟੈਂਡੈਂਸੀ ਹੈ ਜਿਹੜੀ ਇਸ ਨੂੰ ਰੈਸਟ ਦੇ ਵਿੱਚ ਰੱਖਣ ਦੀ ਕੋਸ਼ਿਸ਼ ਕਰ ਰਹੀ ਹੈ। ਮਤਲਬ ਬੁੱਕ ਮੂਵ ਨਹੀਂ ਹੋ ਰਹੀ ਹੈਗੀ ਤਾਂ ਮਤਲਬ ਇਹ ਰੈਸਟ ਦੇ ਵਿੱਚ ਹੈਗੀ ਹੈ। ਫੋਰ ਐਗਜ਼ਾਮਪਲ ਇੱਕ ਸਾਈਕਲ ਚੱਲ ਰਿਹਾ ਹੈ, ਠੀਕ ਨਹੀਂ ਗੱਲ, ਉਹ ਮੂਵ ਕਰੀ ਜਾ ਰਿਹਾ ਹੈ ਤਾਂ ਉਹ ਮੂਵ ਕਰਦਾ ਹੀ ਰਹੇਗਾ ਜਦੋਂ ਤੱਕ ਆਪਾਂ ਕੋਈ ਐਕਸਟਰਨਲ ਫੋਰਸ ਨਹੀਂ ਲਗਾਉਂਦੇ ਉਸ ਨੂੰ ਰੋਕਣ ਦੇ ਲਈ। ਤਾਂ ਮਤਲਬ ਔਰ ਆਫ ਯੂਨੀਫਾਰਮ ਮੋਸ਼ਨ ਅਲੋਂਗ ਆ ਸਟ੍ਰੇਟ ਲਾਈਨ ਇਜ਼ ਕਾਲਡ ਇਨਰਸ਼ੀਆ। ਓਕੇ, ਤਾਂ ਮਤਲਬ ਜਿਹੜੀ ਇੱਕ ਬਾਡੀ ਨੂੰ ਰੈਸਟ ਪੋਜੀਸ਼ਨ 'ਚ ਰੱਖੇ ਜਾਂ ਜਿਹੜੀ ਬਾਡੀ ਨੂੰ ਮੋਸ਼ਨ 'ਚ ਰੱਖੇ ਉਹ ਟੈਂਡੈਂਸੀ ਨੂੰ ਆਪਾਂ ਕੀ ਬੋਲਦੇ ਆ, ਇਨਰਸ਼ੀਆ ਬੋਲਦੇ ਆ ਸਿੰਪਲ ਲੈਂਗੁਏਜ ਦੇ ਵਿੱਚ। ਓਕੇ, ਤਾਂ ਨੈਕਸਟ ਹੈਗਾ, it is due to the inertia that an external force must be exerted on the body to change the state of rest or of uniform motion। ਤਾਂ ਮਤਲਬ ਇੱਕ ਇਸ ਇਨਰਸ਼ੀਆ ਦੇ ਕਰਕੇ ਹੀ ਆਪਾਂ ਨੂੰ ਇੱਕ ਐਕਸਟਰਨਲ ਫੋਰਸ ਲਗਾਉਣੀ ਪੈਂਦੀ ਹੈ, ਠੀਕ ਹੈ ਨਾ। ਜੇ ਆਪਾਂ ਹੁਣ ਇੱਕ ਮੂਵਿੰਗ ਇੱਕ ਸਾਈਕਲ ਚੱਲ ਰਿਹਾ, ਠੀਕ ਹੈ ਨਾ, ਤਾਂ ਉਹ ਮੋਸ਼ਨ ਦੇ ਵਿੱਚ ਹੈ। ਜੇ ਆਪਾਂ ਬ੍ਰੇਕ ਲਗਾਵਾਂਗੇ ਮਤਲਬ ਆਪਾਂ ਇੱਕ ਐਕਸਟਰਨਲ ਫੋਰਸ ਲਗਾਵਾਂਗੇ ਤਾਂ ਹੀ ਉਹ ਰੁਕੇਗਾ ਨਾ, ਅਦਰਵਾਈਜ਼ ਉਹ ਨਹੀਂ ਰੁਕੇਗਾ, ਠੀਕ ਹੈ ਨਾ। ਤਾਂ ਇਸ ਨੂੰ ਆਪਾਂ ਕੀ ਬੋਲਾਂਗੇ, ਇਨਰਸ਼ੀਆ ਦੀ ਇੱਕ ਟੈਂਡੈਂਸੀ ਹੈ ਜਿਹੜੀ ਇੱਕ ਬਾਡੀ ਨੂੰ ਜਾਂ ਸਟੇਟ ਆਫ ਰੈਸਟ ਵਿੱਚ ਰੱਖਦੀ ਹੈ ਜਾਂ ਸਟੇਟ ਆਫ ਮੋਸ਼ਨ 'ਚ ਰੱਖਦੀ ਹੈ। ਅਤੇ ਇਸ ਨੂੰ ਸਟੇਟ ਨੂੰ ਬਦਲਣ ਦੇ ਲਈ ਆਪਾਂ ਨੂੰ ਫੋਰਸ ਦੀ ਲੋੜ ਪੈਂਦੀ ਹੈ। ਇਹ ਆਪਣਾ ਸਿੰਪਲ ਐਕਸਪਲੇਨ ਕੀਤਾ ਹੋਇਆ 2 ਪੁਆਇੰਟਸ ਦੇ ਵਿੱਚ। ਹਾਂਜੀ, ਇਨਰਸ਼ੀਆ ਅੱਗੇ ਫਰਦਰ 3 ਟਾਈਪਸ ਦਾ ਹੈਗਾ। ਫਸਟ ਹੈਗਾ ਇਨਰਸ਼ੀਆ ਆਫ ਰੈਸਟ, ਇਨਰਸ਼ੀਆ ਆਫ ਮੋਸ਼ਨ, ਇਨਰਸ਼ੀਆ ਆਫ ਡਾਇਰੈਕਸ਼ਨ। ਓਕੇ, ਤਾਂ ਫਸਟ ਆਪਾਂ ਸਮਝਦੇ ਹਾਂ ਇਨਰਸ਼ੀਆ ਆਫ ਰੈਸਟ। ਤਾਂ ਇੱਕ ਪੰਜਾਬੀ 'ਚ ਸਿੰਪਲ ਲੈਂਗੁਏਜ ਦੱਸਾਂ, ਇਨਰਸ਼ੀਆ ਆਫ ਰੈਸਟ ਕੀ ਹੁੰਦਾ ਹੈ ਵੀ ਇੱਕ ਟੈਂਡੈਂਸੀ ਓਬਜੈਕਟ ਦੀ ਟੈਂਡੈਂਸੀ ਆਫ ਆ ਓਬਜੈਕਟ ਜਾਂ ਬਾਡੀ ਟੂ ਰਿਮੇਨ ਇਟਸ ਪੋਜੀਸ਼ਨ ਆਫ ਰੈਸਟ ਇਜ਼ ਨੋਨ ਐਜ਼ ਇਨਰਸ਼ੀਆ ਆਫ ਰੈਸਟ। ਮਤਲਬ ਬਾਡੀ ਦੀ ਉਹ ਟੈਂਡੈਂਸੀ ਜਿਹੜੀ ਓਬਜੈਕਟ ਨੂੰ ਆਪਣੀ ਰੈਸਟ ਪੋਜੀਸ਼ਨ ਦੇ ਵਿੱਚ ਹੀ ਰੱਖਣ ਦੀ ਕੋਸ਼ਿਸ਼ ਕਰ ਰਹੀ ਹੈ ਉਸ ਨੂੰ ਆਪਾਂ ਕੀ ਬੋਲਾਂਗੇ, ਇਨਰਸ਼ੀਆ ਆਫ ਰੈਸਟ ਬੋਲਾਂਗੇ। ਫੋਰ ਐਗਜ਼ਾਮਪਲ ਦੇਖੋ, ਐਗਜ਼ਾਮਪਲ ਨਾਲ ਸਮਝ ਕੇ ਦੇਖ ਰਹੇ ਹਾਂ। ਵੈਨ ਅ ਬੱਸ ਔਰ ਟ੍ਰੇਨ ਸਟਾਰਟਸ, ਠੀਕ ਹੈ ਨਾ, ਟੂ ਮੂਵ ਸਡਨਲੀ ਦੀ ਪੈਸੇਂਜਰ ਸਿਟਿੰਗ ਇਨ ਇਟ ਫਾਲ ਬੈਕਵਰਡ ਡਿਊ ਟੂ ਇਨਰਸ਼ੀਆ ਆਫ ਰੈਸਟ। ਮੰਨ ਕੇ ਚਲੋ ਦੇਖੋ ਇੱਕ ਤਰ੍ਹਾਂ ਦੀ ਆ ਬੱਸ ਹੈ,
ਉਸਦੇ ਵਿੱਚ ਪੈਸੇਂਜਰ ਆਰਾਮ ਦੇ ਨਾਲ ਬੈਠੇ ਨੇ, ਬੱਸ ਅਜੇ ਚੱਲੀ ਨਹੀਂ ਹੈਗੀ, ਠੀਕ ਹੈ ਨਾ। ਤਾਂ ਮਤਲਬ ਬੱਸ ਜੇ ਚੱਲੀ ਨਹੀਂ ਹੈਗੀ ਤਾਂ ਬੱਸ ਕੀ ਹੈ, ਰੈਸਟ ਦੇ ਵਿੱਚ ਹੈ। ਇਸ ਦੇ ਅੰਦਰ ਜਿਹੜੇ ਬੋਡੀਜ਼ ਨੇ, ਮਤਲਬ ਜਿਹੜੇ ਪਰਸਨ ਨੇ ਉਹ ਵੀ ਕਿਨੇ, ਰੈਸਟ ਦੇ ਵਿੱਚ ਨੇ। ਇੱਕੋ ਦਮ ਡਰਾਈਵਰ ਨੇ ਗੇਅਰ ਪਾਇਆ ਤੇ ਬੱਸ ਚਲਾਤੀ, ਤਾਂ ਬੱਸ ਤਾਂ ਮੂਵਮੈਂਟ ਦੇ ਵਿੱਚ ਆ ਗਈ, ਠੀਕ ਹੈ ਨਾ। ਬਟ ਜਿਹੜੀ ਇਹ ਬੋਡੀ ਹੈ ਇਹ ਮੂਵਮੈਂਟ ਦੇ ਵਿੱਚ ਨਹੀਂ ਆਈ, ਤਾਂ ਇਹ ਪਿੱਛੇ ਨੂੰ ਬੈਕਵਰਡ ਡਾਇਰੈਕਸ਼ਨ 'ਚ ਹੀ ਰਹਿਣ ਦੀ, ਉਸ ਜਗ੍ਹਾ 'ਤੇ ਹੀ ਰਹਿਣ ਦੀ ਕੋਸ਼ਿਸ਼ ਕਰੂ ਜਿੱਥੇ ਇਹ ਸੀਗੀ। ਦੈਟਸ ਵਾਈ ਇੱਕ ਝਟਕਾ ਜਿਹਾ ਲੱਗਦਾ ਹੁੰਦਾ ਹੈ। ਇਹ ਝਟਕਾ ਆਪਾਂ ਨੂੰ ਇਨਰਸ਼ੀਆ ਆਫ ਰੈਸਟ ਕਰਕੇ ਲੱਗਦਾ ਹੁੰਦਾ। ਮਤਲਬ ਜਦੋਂ ਇੱਕ ਬੱਸ ਖੜੀ ਸੀਗੀ, ਇੱਕੋ ਦਮ ਚੱਲਦੀ ਹੈ ਤਾਂ ਪਰਸਨ ਪਿੱਛੇ ਨੂੰ ਕਿਉਂ ਮੂਵ ਕਰਦਾ ਹੈ, ਇਹਦਾ ਰੀਜ਼ਨ ਹੀ ਇਹੀ ਹੈ ਇੱਕ ਝਟਕਾ ਜਿਹਾ ਲੱਗਣ ਦਾ, ਇਨਰਸ਼ੀਆ ਆਫ ਰੈਸਟ, ਕਿਉਂਕਿ ਬੋਡੀ ਹੈ ਜਿਹੜੀ ਇੱਕੋ ਦਮ ਅਲਾਉ ਨਹੀਂ ਕਰਦੀ ਉਸ ਨੂੰ ਮੂਵ ਹੋਣ ਦੇ ਲਈ। ਓਕੇ, ਤਾਂ ਸਿੰਪਲ ਆਈ ਥਿੰਕ ਲੈਂਗੁਏਜ ਤੁਹਾਨੂੰ ਸਮਝ ਆ ਗਈ ਹੋਏਗੀ। ਨੈਕਸਟ, ਹਾਂਜੀ, ਇਨਰਸ਼ੀਆ ਆਫ ਮੋਸ਼ਨ। ਤਾਂ ਦੀ ਟੈਂਡੈਂਸੀ ਆਫ ਆ ਬੋਡੀ ਟੂ ਰਿਮੇਨ ਇਟਸ ਸਟੇਟ ਆਫ ਯੂਨੀਫਾਰਮ ਮੋਸ਼ਨ ਇਨ ਆ ਸਟੇਟ ਲਾਈਨ ਇਜ਼ ਕਾਲਡ ਇਨਰਸ਼ੀਆ ਆਫ ਮੋਸ਼ਨ। ਮਤਲਬ ਇੱਕ ਬੋਡੀ ਦੀ ਟੈਂਡੈਂਸੀ ਜਿਹੜੀ ਬੋਡੀ ਨੂੰ ਮੋਸ਼ਨ ਦੇ ਵਿੱਚ ਹੀ ਰੱਖਣ ਦੀ ਕੋਸ਼ਿਸ਼ ਕਰਦੀ ਹੈ, ਉਸ ਨੂੰ ਆਪਾਂ ਕੀ ਬੋਲਦੇ ਹਾਂ, ਇਨਰਸ਼ੀਆ ਆਫ ਮੋਸ਼ਨ ਬੋਲਦੇ ਹਾਂ। ਓਕੇ, ਤਾਂ ਇਹਦੀ ਐਗਜ਼ਾਮਪਲ ਧਿਆਨ ਨਾਲ ਸਮਝਦੇ ਹਾਂ ਆਪਾਂ। ਵੈਨ ਆ ਮੂਵਿੰਗ ਬੱਸ ਔਰ ਟ੍ਰੇਨ ਸਟਾਪਸ ਸਡਨਲੀ, ਇੱਕ ਬੱਸ ਚੱਲ ਰਹੀ ਹੈ, ਤਾਂ ਬੱਸ ਚੱਲ ਰਹੀ ਹੈ ਤਾਂ ਵਿੱਚ ਜਿਹੜੇ ਅੰਦਰਲੇ ਪਾਸੇ ਪੈਸੇਂਜਰਸ ਬੈਠੇ ਨੇ ਉਹ ਸਾਰੇ ਕਿਨੇ, ਮੋਸ਼ਨ ਦੇ ਵਿੱਚ ਨੇ, ਠੀਕ ਹੈ। ਪੈਸੇਂਜਰ ਸਿਟਿੰਗ ਇਨ ਇਟਸ ਜਰਕਸ ਇਨ ਫਾਰਵਰਡ ਡਾਇਰੈਕਸ਼ਨ ਡਿਊ ਟੂ ਇਨਰਸ਼ੀਆ ਆਫ ਮੋਸ਼ਨ। ਮਤਲਬ ਜੇ ਬੱਸ ਚੱਲ ਰਹੀ ਹੈ, ਓਕੇ, ਤਾਂ ਮੂਵ ਕਰ ਰਹੀ ਹੈ ਤਾਂ ਸਾਰੇ ਪੈਸੇਂਜਰ ਵੀ ਕੀ ਕਰ ਰਹੇ ਨੇ, ਮੋਸ਼ਨ ਦੇ ਵਿੱਚ ਨੇ, ਇਨਰਸ਼ੀਆ ਆਫ ਮੋਸ਼ਨ ਦੇ ਵਿੱਚ ਨੇ। ਉਸ ਤੋਂ ਬਾਅਦ ਜਦੋਂ ਇੱਕੋਦਮ ਬੱਸ ਸਟਾਪ ਹੁੰਦੀ ਹੈ ਤਾਂ ਬੱਸ ਤਾਂ ਰੁਕ ਜਾਂਦੀ ਹੈ, ਬਟ ਜਿਹੜੀ ਇਹ ਬੋਡੀ ਹੁੰਦੀ ਹੈ ਇਹ ਨਹੀਂ ਨਾ ਰੁਕਦੀ ਹੈਗੀ, ਇਹ ਅੱਗੇ ਨੂੰ ਮੂਵ ਕਰਦੀ ਹੈ। ਕੀ ਰੀਜ਼ਨ ਅੱਗੇ ਨੂੰ ਮੂਵ ਕਰਨ ਦਾ, ਕਿਉਂਕਿ ਬੋਡੀ ਹੈ ਜਿਹੜੀ ਮੋਸ਼ਨ ਦੇ ਵਿੱਚ ਸੀਗੀ, ਤਾਂ ਉਹ ਇਨਰਸ਼ੀਆ ਆਫ ਮੋਸ਼ਨ ਉਸ ਨੂੰ ਅੱਗੇ ਵੱਲ ਨੂੰ ਧਕੇਲ ਦਿੰਦਾ ਹੁੰਦਾ ਵੀ ਬੱਸ ਤਾਂ ਰੁਕ ਗਈ ਬਟ ਬੋਡੀ ਨਹੀਂ ਰੁਕੀ, ਬੋਡੀ ਅੱਗੇ ਵੱਲ ਨੂੰ ਚੱਲੇਗੀ ਡਿਊ ਟੂ ਇਨਰਸ਼ੀਆ ਆਫ ਮੋਸ਼ਨ। ਇਹ ਡਾਇਰੈਕਟ ਕੁਐਸਚਨ ਤੁਹਾਨੂੰ ਮਤਲਬ MCQ ਦੇ ਵਿੱਚ ਮਿਲਣਗੇ, ਤੁਹਾਨੂੰ ਮੈਂ MCQ ਜਦੋਂ ਕਰਾਊਂਗਾ 200 ਪਲੱਸ MCQ, ਤਾਂ ਉਸ ਦੇ ਵਿੱਚ ਤੁਸੀਂ ਦੇਖ ਪਾਓਗੇ। ਬਹੁਤ ਹੀ ਅੱਛੀ ਐਕਸਪਲੇਨੇਸ਼ਨ ਹੈਗੀਆਂ ਨੇ ਸਾਰੀਆਂ। ਤਾਂ ਪਲੀਜ਼ ਸਟੂਡੈਂਟਸ ਅੱਗੇ ਆਪਣੇ ਫਰੈਂਡਸ ਦੇ ਵਿੱਚ ਆਪਣੇ ਇਹ ਵਾਲੇ ਵੀਡੀਓਜ਼ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ। ਬਹੁਤ ਅੱਛੇ ਨੋਟਸ ਨੇ, ਬਹੁਤ ਹਾਰਡ ਵਰਕ ਕਰ ਰਹੇ ਹਾਂ ਡੀਅਰ। ਬਸ ਚੈਨਲ ਦੀ ਗਰੋਥ ਕਰੋ ਬੇਟਾ, ਵੀ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਸਟੂਡੈਂਟਸ ਆਪਣੇ ਚੈਨਲ ਨਾਲ ਜੁੜ ਸਕਣ। ਸ਼ੇਅਰ ਕਰ ਦਿਆ ਕਰੋ ਵੀਡੀਓਜ਼ ਨੂੰ। ਨੈਕਸਟ, ਇਨਰਸ਼ੀਆ ਆਫ ਡਾਇਰੈਕਸ਼ਨ। ਤਾਂ ਡਾਇਰੈਕਸ਼ਨ ਦਾ ਵੀ ਇਨਰਸ਼ੀਆ, ਦੀ ਇਨਐਬਿਲਿਟੀ ਆਫ ਆ ਬੋਡੀ ਟੂ ਚੇਂਜ ਬਾਈ ਇਟਸੈਲਫ ਇਟਸ ਡਾਇਰੈਕਸ਼ਨ ਇਜ਼ ਕਾਲਡ ਇਨਰਸ਼ੀਆ ਆਫ ਡਾਇਰੈਕਸ਼ਨ। ਤਾਂ ਮਤਲਬ ਬੋਡੀ ਦੀ ਇਨਐਬਿਲਿਟੀ ਵੀ ਜਿਹਦੇ ਨਾਲ ਉਹ ਆਪਣੀ ਡਾਇਰੈਕਸ਼ਨ ਚੇਂਜ ਨਹੀਂ ਕਰ ਸਕਦੀ, ਤਾਂ ਉਸ ਨੂੰ ਆਪਾਂ ਕੀ ਬੋਲਦੇ ਹਾਂ, ਇਨਰਸ਼ੀਆ ਆਫ ਡਾਇਰੈਕਸ਼ਨ ਬੋਲਦੇ ਹਾਂ। ਓਕੇ, ਫॉर एग्जाम्पल कह रहे हैं वी कैन प्रोटेक्ट आवर सेल्फ फ्रॉम रेन बाय अंब्रेला बिकॉज रेन ड्रॉप्स कैन नॉट चेंज इट्स डायरैक्शन। तो मतलब रेन आ रही है, आपने अंब्रेला रख लिया, तो ये भी एक रीज़न हैगा भी ਜਿਹੜਾ ਉੱਪਰੋਂ ਦੀ रेन बारिश हो रही है वो बिल्कुल एक पर्टिकुलर डायरैक्शन ਦੇ ਵਿੱਚ, ਉਸ ਦੇ इनर्शिया ऑफ डायरैक्शन है, वो डायरैक्शन अपनी चेंज नहीं करेगी। ओके, तो ये एक एग्जाम्पल हैगी है भी मतलब डायरैक्शन इनर्शिया ऑफ डायरैक्शन करके। ਹੋਰ ਵੀ ਤੁਸੀਂ ਸਮਝ ਸਕਦੇ ਹੋ। ਫॉर एग्जाम्पल ਇੱਕ ਕਾਰ ਦੇ ਵਿੱਚ ਪੈਸੇਂਜਰ ਬੈਠੇ ਨੇ, ਮਤਲਬ ਪਰਸਨ ਬੈਠੇ ਨੇ, ਕਾਰ ਚੱਲ ਰਹੀ ਹੈ, ਇੱਕੋ ਦਮ ਮਤਲਬ ਟਰਨ ਕੀਤਾ, ਤਾਂ ਜੇ ਟਰਨ ਕੀਤਾ ਤਾਂ ਜਦੋਂ ਉਰੇ ਕਾਰ ਪਹੁੰਚੇਗੀ ਤਾਂ ਇਹ ਪੈਸੇਂਜਰ ਬਾਹਰ ਵੱਲ ਨੂੰ ਚਲਾ ਜਾਂਦਾ, ਆਊਟਵਰਡ ਡਾਇਰੈਕਸ਼ਨ ਦੇ ਵਿੱਚ। ਇਸ ਦਾ ਰੀਜ਼ਨ ਕੀ ਹੈਗਾ, ਦੇਖੋ ਬੋਡੀ ਜਦੋਂ ਬਿਲਕੁਲ ਸੇਮ ਡਾਇਰੈਕਸ਼ਨ ਵਿੱਚ ਸੀਗੀ ਤਾਂ ਆਪਾਂ ਜਦੋਂ ਟਰਨ ਕਰਾਂਗੇ ਤਾਂ ਉਹਨੇ ਤਾਂ ਅੱਗੇ ਸੇਮ ਡਾਇਰੈਕਸ਼ਨ ਵੱਲ ਹੀ ਜਾਣਾ ਨਾ। ਤਾਂ ਦੈਟਸ ਵਾਈ ਮਤਲਬ ਇਹ ਇਨਰਸ਼ੀਆ ਆਫ ਡਾਇਰੈਕਸ਼ਨ ਕਰਕੇ ਹੁੰਦਾ। ਜਿਹੜੇ ਵੀ ਇਹ ਝਟਕੇ ਵਗੈਰਾ ਪੈਂਦੇ ਹੁੰਦੇ ਨੇ ਬੱਸਾਂ ਵਿੱਚ, ਟ੍ਰੇਨਾਂ ਦੇ ਵਿੱਚ, ਕਾਰਸ ਦੇ ਵਿੱਚ, ਦਿਸ ਇਜ਼ ਡਿਊ ਟੂ ਇਨਰਸ਼ੀਆ। ਕੁਛ ਇਨਰਸ਼ੀਆ ਆਫ ਰੈਸਟ ਹੁੰਦਾ, ਕੁਛ ਇਨਰਸ਼ੀਆ ਆਫ ਮੋਸ਼ਨ ਹੁੰਦਾ, ਕੁਛ ਇਨਰਸ਼ੀਆ ਆਫ ਡਾਇਰੈਕਸ਼ਨ ਹੁੰਦਾ। ਓਕੇ, ਤਾਂ ਹੋਪ ਕਰਦਾ ਤੁਹਾਨੂੰ ਇਹ ਵਾਲਾ ਟੌਪਿਕ ਅੰਡਰਸਟੈਂਡ ਹੋ ਗਿਆ ਹੋਏਗਾ। ਨੈਕਸਟ, ਹਾਂਜੀ, ਨਿਊਟਨਸ ਲਾਅ ਪੜ੍ਹਦੇ ਆ, ਬਹੁਤ ਹੀ ਇੰਪੋਰਟੈਂਟ ਜਿਹੜਾ ਨਿਊਟਨਸ ਦਾ ਲਾਅ ਹੈਗਾ। ਤਾਂ ਨਿਊਟਨਸ ਫਸਟ ਲਾਅ ਆਫ ਮੋਸ਼ਨ, ਤਾਂ ਤੁਹਾਨੂੰ ਪਤਾ ਨਿਊਟਨ ਦੇ 3 ਲਾਅਜ਼ ਨੇ ਵੈਰੀ ਫੇਮਸ। ਤਾਂ ਨਿਊਟਨ ਫਸਟ ਲਾਅ ਆਫ ਮੋਸ਼ਨ ਪੜ੍ਹਦੇ ਹਾਂ। ਦਿਸ ਲਾਅ ਸਟੇਟਸ ਦੈਟ ਐਵਰੀ ਬੋਡੀ ਰਿਮੇਨਸ ਇਨ ਅ ਸਟੇਟ ਆਫ ਰੈਸਟ ਔਰ ਆਫ ਯੂਨੀਫਾਰਮ ਮੋਸ਼ਨ along the state line unless or and until it is compelled by an external force। ਤਾਂ ਕੀ ਕਹਿ ਰਿਹਾ ਨਿਊਟਨਸ ਫਸਟ ਲਾਅ, ਕਹਿੰਦਾ ਐਵਰੀ ਬੋਡੀ, ਹਰ ਬੋਡੀ ਰਿਮੇਨਸ ਇਨ ਸੇਮ ਸਟੇਟ, ਚਾਹੇ ਉਹ ਮੋਸ਼ਨ ਦੇ ਵਿੱਚ ਹੈ ਚਾਹੇ ਉਹ ਰੈਸਟ ਦੇ ਵਿੱਚ ਹੈ, ਸੇਮ ਸਟੇਟ ਵਿੱਚ ਰਹੇਗਾ ਅੰਟਿਲ ਉਹਦੇ ਉੱਤੇ ਆਪਾਂ ਕੋਈ ਐਕਸਟਰਨਲ ਫੋਰਸ ਨਹੀਂ ਲਗਾਉਂਦੇ ਹੈਗੇ। ਤਾਂ ਦਿਸ ਇਜ਼ ਨਿਊਟਨ ਫਸਟ ਲਾਅ।
ਤਾਂ ਬਹੁਤ ਵਾਰੀ ਆਂਦਾ ਹੁੰਦਾ ਵੀ ਜਿਹੜਾ ਨਿਊਟਨ ਫਸਟ ਲਾਅ ਹੈਗਾ ਇਹ ਕਿਸ ਦੀ ਡੈਫੀਨੇਸ਼ਨ ਦੇ ਰਿਹਾ, ਤਾਂ ਆਪਾਂ ਨੇ ਹੁਣੀ ਆਪਾਂ ਨੇ ਇਨਰਸ਼ੀਆ ਦੀ ਡੈਫੀਨੇਸ਼ਨ ਵੀ ਸੇਮ ਕੀਤੀ ਸੀਗੀ ਵੀ ਬੋਡੀਜ਼ ਆਪਣੇ ਰਿਮੇਨ ਦੀ ਸੇਮ ਰਹਿੰਦੇ ਨੇ ਆਪਣੀ ਪੋਜੀਸ਼ਨ, ਮਤਲਬ ਚਾਹੇ ਉਹ ਫੋਰ ਆਪਣਾ ਮੂਵਮੈਂਟ ਦੇ ਵਿੱਚ ਨੇ ਚਾਹੇ ਆਪਣਾ ਰੈਸਟ ਦੇ ਵਿੱਚ ਨੇ, ਜਦੋਂ ਤੱਕ ਆਪਾਂ ਐਕਸਟਰਨਲੀ ਕੋਈ ਫੋਰਸ ਨਹੀਂ ਲਗਾਉਂਦੇ। ਤਾਂ ਇਸ ਲਾਅ ਨੂੰ ਆਪਾਂ ਕੀ ਬੋਲਦੇ ਆ, ਲਾਅ ਆਫ ਇਨਰਸ਼ੀਆ। ਤਾਂ ਇਹ ਬਹੁਤ ਵਾਰ ਕੁਐਸਚਨ ਆਇਆ ਹੈ ਵੀ ਨਿਊਟਨਸ ਦਾ ਫਸਟ ਲਾਅ ਬੇਸਿਕਲੀ ਕਿਸ ਦੀ ਡੈਫੀਨੇਸ਼ਨ ਦੇ ਰਿਹਾ ਹੈਗਾ, ਇਨਰਸ਼ੀਆ ਦੀ ਡੈਫੀਨੇਸ਼ਨ ਦੇ ਰਿਹਾ ਹੈਗਾ, ਔਰ ਲਾਅ ਆਫ ਗਲੀਲੀਓ ਵੀ ਕਹਿ ਦਿੰਦੇ ਆ ਆਪਾਂ। ਓਕੇ, ਤਾਂ ਨਿਊਟਨ ਦਾ ਸੈਕਿੰਡ ਲਾਅ ਸਮਝਣ ਤੋਂ ਪਹਿਲਾਂ ਤੁਹਾਨੂੰ ਮੋਮੈਂਟਮ ਸਮਝਣਾ ਪਊਗਾ। ਤਾਂ ਮੋਮੈਂਟਮ ਕੀ ਹੁੰਦਾ, ਧਿਆਨ ਨਾਲ ਸਮਝੋ। ਮੋਮੈਂਟਮ ਤਾਂ ਇਹਨੂੰ ਆਪਾਂ P ਦੇ ਨਾਲ ਰਿਪਰੈਜ਼ੈਂਟ ਕਰਦੇ ਆ ਮੋਮੈਂਟਮ ਨੂੰ। ਦੇਖੋ, ਇਟ ਇਜ਼ ਈਜ਼ੀਅਰ ਟੂ ਸਟਾਪ ਅ ਟੈਨਿਸ ਬਾਲ ਦੈਨ ਅ ਫੁੱਟਬਾਲ ਵੈਨ ਬੋਥ ਆਰ ਮੂਵਿੰਗ ਵਿਦ ਸੇਮ ਵੈਲੋਸਿਟੀ। ਕਹਿੰਦਾ ਇੱਕ ਟੈਨਿਸ ਦੀ ਬਾਲ ਹੈ ਤੇ ਇੱਕ ਫੁੱਟਬਾਲ ਹੈ, ਓਕੇ, ਬਿਲਕੁਲ ਸੇਮ ਵੈਲੋਸਿਟੀ ਨਾਲ ਆ ਰਹੀਆਂ ਨੇ, ਬਟ ਈਜ਼ੀ ਹੈ ਟੈਨਿਸ ਦੀ ਬਾਲ ਨੂੰ ਸਟਾਪ ਕਰਨਾ। ਦਿਸ ਇਜ਼ ਬਿਕੋਜ਼ ਦੀ ਫੁੱਟਬਾਲ ਹੈਜ਼ ਦਾ ਲਾਰਜਰ ਮਾਸ, ਫੁੱਟਬਾਲ ਦੇ ਕੋਲ ਲਾਰਜਰ ਮਾਸ ਹੈਗਾ ਦੈਨ ਡਸ ਦਾ ਟੈਨਿਸ ਬਾਲ। ਦਾ ਟੈਨਿਸ ਬਾਲ ਦਾ ਮਾਸ ਘੱਟ ਹੈਗਾ, ਫੁੱਟਬਾਲ ਦਾ ਮਾਸ ਕੀ ਹੈ, ਜ਼ਿਆਦਾ ਹੈਗਾ। ਓਕੇ, ਤਾਂ ਨੈਕਸਟ ਹੈਗਾ, ਦੇਖੋ ਧਿਆਨ ਨਾਲ ਸਮਝੀ ਚੱਲੋ। ਬੁਲਟ ਫਾਇਰਡ ਫਰੋਮ ਅ ਗਨ ਕੈਨ ਈਜ਼ਲੀ ਗੈਟ ਐਮਬੈਡਿਡ ਇਨ ਅ ਵੁਡਨ ਬਲੋਕ। ਮਤਲਬ ਵੁਡਨ ਬਲੋਕ ਦੇ ਵਿੱਚ ਜਦੋਂ ਆਪਾਂ ਗਨ ਦੇ ਰਾਹੀਂ ਆਪਾਂ ਕੋਈ ਗੋਲੀ ਚਲਾਉਂਦੇ ਆ ਤਾਂ ਗੋਲੀ ਵੁਡਨ ਬਲੋਕ ਦੇ ਇਨਸਾਈਡ ਚਲੀ ਜਾਂਦੀ ਹੈ, ਠੀਕ ਹੈ। ਇਫ ਦੀ ਸੇਮ ਬੁਲਟ ਇਜ਼ ਥਰੋਨ ਬਾਈ ਹੈਂਡ, ਜੇ ਉਹੀ ਬੁਲਟ ਆਪਾਂ ਹੈਂਡ ਰਾਹੀਂ ਥਰੋ ਕਰੀਏ, ਇਟ ਕੈਨ ਨੋਟ ਪੈਨੀਟ੍ਰੇਟ ਦੀ ਵੁਡਨ ਬਲੋਕ, ਤਾਂ ਉਹ ਵੁਡਨ ਬਲੋਕ ਦੇ ਇਨਸਾਈਡ ਨਹੀਂ ਜਾਏਗੀ। ਹੇਅਰ ਇਜ਼ ਦਾ ਬੁਲਟ ਫਾਇਰਡ ਮਸਟ ਫਰੋਮ ਦੀ ਗਨ ਹੈਜ਼ ਗ੍ਰੇਟਰ ਵੈਲੋਸਿਟੀ। ਇਸ ਦਾ ਰੀਜ਼ਨ ਕੀ ਹੈ ਵੀ ਮਤਲਬ ਜਿਹੜੀ ਆਪਾਂ ਗਨ ਦੇ ਵਿੱਚੋਂ ਬੁਲਟ ਨਿਕਲੀ ਸੀ ਉਹਦੀ ਵੈਲੋਸਿਟੀ ਜ਼ਿਆਦਾ ਹੈ ਐਜ਼ ਕੰਪੇਅਰ ਟੂ ਜਿਹੜੇ ਆਪਾਂ ਹੈਂਡ ਦੇ ਨਾਲ ਬੁਲਟ ਮਾਰਾਂਗੇ। ਓਕੇ, ਤਾਂ ਮਤਲਬ ਮਾਸ ਤੇ ਵੈਲੋਸਿਟੀ ਦੋਹੇ ਇਫੈਕਟ ਪਾਉਂਦੇ ਨੇ ਮੋਸ਼ਨ ਦੇ ਉੱਤੇ, ਠੀਕ ਹੈ ਨਾ, ਇਹੀ ਕਹਿ ਰਹੇ ਆ। ਦਸ ਮਾਸ ਐਂਡ ਵੈਲੋਸਿਟੀ ਆਫ ਆ ਬੋਡੀ ਇਨਕਰੀਜ਼ਿਜ਼ ਦੀ ਇੰਪੈਕਟ ਔਰ ਦੀ ਇਫੈਕਟ ਆਫ ਦੀ ਫੋਰਸ। ਤਾਂ ਮਤਲਬ ਜਿਹੜੀ ਆਪਾਂ ਫੋਰਸ ਲਗਾ ਰਹੇ ਹਾਂ ਉਸ ਦੇ ਉੱਤੇ ਮਾਸ ਤੇ ਵੈਲੋਸਿਟੀ ਇਹ ਇਫੈਕਟ ਪਾਉਂਦੇ ਨੇ। ਓਕੇ, ਦੀ ਪ੍ਰੋਡਕਟ ਆਫ ਮਾਸ ਐਂਡ ਵੈਲੋਸਿਟੀ ਡਿਫਾਈਨਸ ਅ ਫਿਜ਼ੀਕਲ ਕੁਆਂਟੀਟੀ ਕਾਲਡ ਮੋਮੈਂਟਮ। ਤਾਂ ਮੋਮੈਂਟਮ ਕੀ ਹੈ, ਮਾਸ ਇੰਟੂ ਵੈਲੋਸਿਟੀ। ਬਹੁਤ ਵਾਰੀ ਐਗਜ਼ਾਮ 'ਚ ਆਉਂਦਾ ਵੀ ਮੋਮੈਂਟਮ ਦੀ ਡੈਫੀਨੇਸ਼ਨ ਕੀ ਹੈ, ਮਾਸ ਇੰਟੂ ਵੈਲੋਸਿਟੀ ਨੂੰ ਆਪਾਂ ਮੋਮੈਂਟਮ ਕਹਿ ਦਿੰਦੇ ਹਾਂ, ਠੀਕ ਹੈ। ਤਾਂ ਮੋਮੈਂਟਮ ਇੱਕ ਵੈਕਟਰ ਕੁਆਂਟੀਟੀ ਹੈ, ਇਹ ਵੀ ਯਾਦ ਰੱਖੋ। ਆਪਾਂ ਬਹੁਤ ਕੁਐਸਚਨ ਆਉਣਗੇ MCQ ਮੈਂ ਲਿਖੇ ਸੀਗੇ ਤਾਂ ਉਹਦੇ 'ਚ ਵਾਧੂ ਕੁਐਸਚਨ ਆ ਰਹੇ ਨੇ। ਵਿਚ ਆਫ ਦੀ ਫੋਲੋਇੰਗ ਇਜ਼ ਵੈਕਟਰ, ਵਿਚ ਆਫ ਦੀ ਫੋਲੋਇੰਗ ਇਜ਼ ਸਕੇਲਰ। ਤਾਂ ਮੋਮੈਂਟਮ ਇਜ਼ ਅ ਵੈਕਟਰ ਕੁਆਂਟੀਟੀ। ਓਕੇ, ਦੀ ਡਾਇਰੈਕਸ਼ਨ ਆਫ ਮੋਮੈਂਟਮ ਇਜ਼ ਦੀ ਸੇਮ ਐਜ਼ ਦੈਟ ਆਫ ਵੈਲੋਸਿਟੀ। ਜੇ ਕੋਈ ਪੁੱਛੇ ਮੋਮੈਂਟਮ ਦੀ ਡਾਇਰੈਕਸ਼ਨ ਕਿਹੜੀ ਹੋਊਗੀ, ਬਿਲਕੁਲ ਸੇਮ ਹੋਊਗੀ ਜਿਹੜੀ ਵੈਲੋਸਿਟੀ ਦੀ ਡਾਇਰੈਕਸ਼ਨ ਹੋਊਗੀ। ਜਿਸ ਡਾਇਰੈਕਸ਼ਨ ਦੇ ਵਿੱਚ ਵੈਲੋਸਿਟੀ ਲੱਗ ਰਹੀ ਹੈ ਉਸੇ ਡਾਇਰੈਕਸ਼ਨ ਦੇ ਵਿੱਚ ਮੋਮੈਂਟਮ ਲੱਗ ਰਿਹਾ ਹੈਗਾ। ਤੇ SI ਯੂਨਿਟ ਕੀ ਹੋਗਾ ਮੋਮੈਂਟਮ ਦਾ, ਦੇਖੋ ਮਾਸ ਦਾ ਯੂਨਿਟ ਕੀ ਹੁੰਦਾ kg, ਤੇ ਵੈਲੋਸਿਟੀ ਜੇ ਤੁਹਾਨੂੰ ਪਤਾ ਸਪੀਡ ਕੀ ਹੁੰਦਾ ਮੀਟਰ ਪਰ ਸੈਕਿੰਡ ਹੁੰਦੀ ਹੈ। ਤਾਂ ਆਬਵੀਅਸ ਗੱਲ ਹੈ ਕਿਲੋਗ੍ਰਾਮ ਮੀਟਰ ਪਰ ਸੈਕਿੰਡ, ਇਹ ਵੀ ਯੂਨਿਟਾਂ ਬਹੁਤ ਵਾਰੀ ਆਸ ਕੀਤੀਆਂ ਹੋਈਆਂ ਨੇ ਆਪਣੀਆਂ ਮੋਮੈਂਟਮ ਦੀਆਂ। ਓਕੇ, ਤਾਂ ਹੁਣ ਆਪਾਂ ਨਿਊਟਨ ਸੈਕਿੰਡ ਲਾਅ ਆਫ ਮੋਸ਼ਨ ਕਰਦੇ ਹਾਂ। ਨਿਊਟਨ ਸੈਕਿੰਡ ਲਾਅ ਆਫ ਮੋਸ਼ਨ ਦੀ ਜੇ ਆਪਾਂ ਗੱਲ ਕਰੀਏ, ਵੈਨ ਆ ਫੋਰਸ ਐਕਟ ਔਨ ਆ ਬੋਡੀ ਦੀ ਮੋਮੈਂਟਮ ਆਫ ਆ ਬੋਡੀ ਚੇਂਜਿਸ। ਤਾਂ ਆਪਾਂ ਨੂੰ ਸਮਝ ਆ ਗਿਆ ਵੀ ਜਦੋਂ ਆਪਾਂ ਕੋਈ ਫੋਰਸ ਲਗਾਉਂਦੇ ਆ ਤਾਂ ਮੋਮੈਂਟਮ ਦੇ ਵਿੱਚ ਚੇਂਜ ਹੁੰਦਾ ਹੈ। ਓਕੇ, ਲਾਰਜਰ ਦੀ ਫੋਰਸ ਗ੍ਰੇਟਰ ਵਿਲ ਬੀ ਦਾ ਚੇਂਜ ਇਨ ਮੋਮੈਂਟਮ। ਜੇ ਫੋਰਸ ਜ਼ਿਆਦਾ ਲੱਗੇਗੀ ਤਾਂ ਮੋਮੈਂਟਮ ਵੀ ਜ਼ਿਆਦਾ ਹੀ ਹੋਏਗਾ। ਦਿਸ ਇਜ਼ ਕਾਲਡ ਨਿਊਟਨ ਸੈਕਿੰਡ ਲਾਅ ਆਫ ਮੋਸ਼ਨ। ਤਾਂ ਇਹ ਕੀ ਹੈ, ਨਿਊਟਨ ਦਾ ਸੈਕਿੰਡ ਲਾਅ ਆਫ ਮੋਸ਼ਨ ਹੈ ਜਿਹਨੂੰ ਆਪਾਂ ਰੇਟ ਆਫ ਚੇਂਜ ਆਫ ਮੋਮੈਂਟਮ ਕਹਿ ਦਿੰਦੇ ਆ। ਤਾਂ ਸੈਕਿੰਡ ਲਾਅ ਆਫ ਮੋਸ਼ਨ ਹੈ ਜਿਹੜੀ ਗਿਵਸ ਦੀ ਡੈਫੀਨੇਸ਼ਨ ਆਫ ਫੋਰਸ। ਤਾਂ ਜੇ ਕੋਈ ਤੁਹਾਨੂੰ ਪੁੱਛੇ ਫੋਰਸ ਦੀ ਡੈਫੀਨੇਸ਼ਨ ਨਿਊਟਨ ਦਾ ਕਿਹੜਾ ਲਾਅ ਦਿੰਦਾ ਹੈਗਾ, ਸੈਕਿੰਡ ਲਾਅ ਆਫ ਮੋਸ਼ਨ ਆਪਣਾ ਫੋਰ। ਜਿਵੇਂ ਆਪਾਂ ਫਸਟ ਲਾਅ ਆਫ ਮੋਸ਼ਨ ਨਿਊਟਨਸ ਦਾ ਇਨਰਸ਼ੀਆ ਦੀ ਡੈਫੀਨੇਸ਼ਨ ਦੇ ਰਿਹਾ ਤਾਂ ਫੋਰਸ ਦੀ ਡੈਫੀਨੇਸ਼ਨ ਆਪਾਂ ਨੂੰ ਕੌਣ ਦੇ ਰਿਹਾ ਹੈ, ਨਿਊਟਨ ਦਾ ਸੈਕਿੰਡ ਲਾਅ ਦੇ ਰਿਹਾ। ਕਿਉਂਕਿ ਉਰੇ ਸਮਝ ਆ ਰਿਹਾ ਆਪਾਂ ਨੂੰ ਵੀ ਇੱਕ ਫੋਰਸ ਜਦੋਂ ਲੱਗਦੀ ਹੈ ਤਾਂ ਮੋਮੈਂਟਮ ਦੇ ਉੱਤੇ ਫਰਕ ਪੈਂਦਾ ਹੈਗਾ। ਓਕੇ, ਤਾਂ ਮੋਮੈਂਟਮ ਇੱਕ ਮੇਨ ਕੁਆਂਟੀਟੀ ਹੈਗਾ ਨਿਊਟਨਸ ਦੇ ਸੈਕਿੰਡ ਲਾਅ ਦੇ ਵਿੱਚ। ਹੁਣ ਆਪਾਂ ਗੱਲ ਕਰਦੇ ਹਾਂ ਨਿਊਟਨਸ ਥਰਡ ਲਾਅ। ਤਾਂ ਨਿਊਟਨਸ ਦਾ ਥਰਡ ਲਾਅ ਆਫ ਮੋਸ਼ਨ ਕੀ ਹੈ, ਦਿਸ ਲਾਅ ਸਟੇਟਸ ਦੈਟ ਐਵਰੀ ਐਕਸ਼ਨ ਹੈਵ ਇਕੁਅਲ ਐਂਡ ਆਪੋਜ਼ਿਟ ਰਿਐਕਸ਼ਨ। ਤਾਂ ਮਤਲਬ ਹਰ ਇੱਕ ਐਕਸ਼ਨ ਦਾ ਬਿਲਕੁਲ ਇਕੁਅਲ ਐਂਡ ਓਪੋਜ਼ਿਟ ਕੀ ਹੁੰਦਾ, ਰਿਐਕਸ਼ਨ ਹੁੰਦਾ, ਠੀਕ ਹੈ। ਤਾਂ ਐਕਸ਼ਨ ਐਂਡ ਰਿਐਕਸ਼ਨ ਜਿਹੜੇ ਹੁੰਦੇ ਨੇ ਆਲਵੇਜ਼ ਐਕਟ ਔਨ ਡਿਫਰੈਂਟ ਬੋਡੀਜ਼। ਤੇ ਜਿਹੜੇ ਗੱਲ ਯਾਦ ਰੱਖੋ, ਐਕਸ਼ਨ ਤੇ ਰਿਐਕਸ਼ਨ ਜਦੋਂ ਵੀ ਹੁੰਦੀਆਂ ਨੇ ਉਹ ਡਿਫਰੈਂਟ ਬੋਡੀਜ਼ ਤੇ ਹੀ ਹੁੰਦੀਆਂ ਨੇ। ਇਹ ਨਹੀਂ ਹੈਗਾ ਵੀ ਇੱਕੋ ਬੋਡੀ ਤੇ ਐਕਸ਼ਨ ਹੋ ਗਿਆ ਉਹੀ ਬੋਡੀ ਤੇ ਰਿਐਕਸ਼ਨ ਹੋ ਗਿਆ। ਉਹਦੇ ਲਈ ਦੋ ਅਲੱਗ-ਅਲੱਗ ਹੀ ਬੋਡੀਜ਼ ਚਾਹੀਦੀਆਂ ਨੇ ਐਕਸ਼ਨ ਤੇ ਰਿਐਕਸ਼ਨ ਦੇ ਲਈ। ਓਕੇ,
ਮੰਨ ਕੇ ਚਲੋ ਇੱਕ ਪਰਸਨ ਹੈਗਾ, ਇਹ ਪਰਸਨ ਨੇ ਇੱਕ ਆ ਪੱਥਰ ਹੈਗਾ, ਇਸ ਦੇ ਉੱਤੇ ਆਪਣਾ ਪੈਰ ਮਾਰਿਆ, ਠੀਕ ਹੈ। ਤਾਂ ਜਿਵੇਂ ਹੀ ਪੈਰ ਮਾਰਿਆ ਤਾਂ ਇਸ ਦਾ ਪੈਰ ਹਰਟ ਹੋਏਗਾ। ਕਿਉਂ ਹਰਟ ਹੋ ਗਿਆ ਇਸ ਦਾ ਪੈਰ? ਇਸ ਦਾ ਰੀਜ਼ਨ ਕੀ ਹੈ? ਇਸ ਨੇ ਐਕਸ਼ਨ ਕੀਤਾ ਤਾਂ ਜਿਹੜਾ ਪੱਥਰ ਸੀਗਾ ਇਸ ਨੇ ਰਿਐਕਸ਼ਨ ਦੇ ਵਿੱਚ ਇਸ ਦਾ ਪੈਰ ਕੀ ਕਰਤਾ? ਬ੍ਰੇਕ ਕਰਤਾ, ਮਤਲਬ ਹਰਟ ਕਰਤਾ। ਇਹ ਕੀ ਹੈ? ਰਿਐਕਸ਼ਨ ਹੈ ਇਸ ਪੱਥਰ ਵੱਲੋਂ। ਤਾਂ ਐਕਸ਼ਨ ਤੇ ਰਿਐਕਸ਼ਨ ਦੋਹੇ ਇੱਕ ਅਲੱਗ-ਅਲੱਗ ਬੋਡੀਜ਼ ਦੇ ਉੱਤੇ ਹੀ ਹੈਪਨ ਹੋਏ, ਤੇ ਬਿਲਕੁਲ ਓਪੋਜ਼ਿਟ ਡਾਇਰੈਕਸ਼ਨ। ਜੇ ਆਪਣਾ ਪਰਸਨ ਦੀ ਡਾਇਰੈਕਸ਼ਨ ਇਸ ਦੇ ਵਿੱਚ ਹੈ ਤਾਂ ਇਸ ਦੀ ਡਾਇਰੈਕਸ਼ਨ ਆਪਣੀ ਰਾਈਟ ਲੈਫਟ ਡਾਇਰੈਕਸ਼ਨ ਦੇ ਵਿੱਚ ਹੋਏਗੀ। ਫੋਰ ਐਗਜ਼ਾਮਪਲ ਦੀ ਗੱਲ ਕਰੀਏ, ਨਿਊਟਨਸ ਥਰਡ ਲਾਅ ਦੀ ਗੱਲ ਕਰੀਏ ਆਪਾਂ, ਔਨ ਫਾਇਰਿੰਗ ਦੀ ਬੁਲੇਟ, ਜਦੋਂ ਆਪਾਂ ਬੁਲੇਟ ਫਾਇਰ ਕਰਦਾ ਦੀ ਗਨਰ ਇਜ਼ ਪੋਜ਼ਡ ਇਨ ਦੀ ਬੈਕਵਰਡ ਡਾਇਰੈਕਸ਼ਨ। ਤਾਂ ਸਿੱਧੀ ਜੀ ਗੱਲ ਹੈ, ਜਦੋਂ ਆਪਾਂ ਬੁਲੇਟ ਫਾਇਰ ਕਰਦੇ ਹੁੰਦੇ ਹਾਂ ਤਾਂ ਬੁਲੇਟ ਅੱਗੇ ਚਲੀ ਜਾਂਦੀ ਹੈ ਤੇ ਗਨ ਮਾੜੀ ਪਿੱਛੇ ਨੂੰ ਹੁੰਦੀ ਹੈ। ਇਹਦਾ ਰੀਜ਼ਨ ਇਹੀ ਹੈ, ਨਿਊਟਨਸ ਥਰਡ ਲਾਅ ਹੈ, every action there is an opposite reaction. when boatman is jumped from the boat is pushed back. ਜਦੋਂ ਇੱਕ ਬੋਟ ਇੱਕ ਕਿਨਾਰੇ ਤੇ ਆ ਜਾਂਦੀ ਹੁੰਦੀ ਹੈ ਤਾਂ ਬੋਟਮੈਨ ਨੇ ਜੰਪ ਕੀਤਾ ਤਾਂ ਬੋਟ ਦੇਖੋ ਬੋਟਮੈਨ ਅੱਗੇ ਵੱਲ ਨੂੰ ਜੰਪ ਕੀਤਾ ਤੇ ਬੋਟ ਆਪਣੀ ਪਿੱਛੇ ਵੱਲ ਨੂੰ ਚਲੀ ਜਾਏਗੀ, ਹੈ ਨਾ। ਤਾਂ ਇਹ ਵੀ ਇੱਕ ਰੀਜ਼ਨ ਹੈਗਾ, ਇਹੀ ਆਪਣਾ ਨਿਊਟਨ ਦੇ ਥਰਡ ਲਾਅ ਦਾ। in a rocket gases are ejected with a great speed from the rocket backward and rocket is pushed forward. ਤਾਂ ਜਿਹੜਾ ਰੋਕਟ ਹੈਗਾ ਬੇਸਿਕਲੀ ਆਪਣਾ ਨਿਊਟਨਸ ਦੇ ਥਰਡ ਲਾਅ ਉੱਤੇ ਵਰਕ ਕਰਦਾ ਹੈ, ਠੀਕ ਹੈ ਨਾ। ਤਾਂ ਤੁਹਾਨੂੰ ਪਤਾ ਜਿਹੜੇ ਗੈਸਿਸ ਹੁੰਦੇ ਨੇ ਜਦੋਂ ਬਰਨ ਕਰਦੀਆਂ ਨੇ ਤਾਂ ਉਹਦੇ 'ਚ ਜਦੋਂ ਮਤਲਬ ਉਹਦੇ ਅੰਦਰ ਫਿਊਲ ਜਿਹੜਾ ਹੈਗਾ ਰੋਕਟ ਦੇ ਵਿੱਚ ਉਹ ਬਰਨ ਕਰਦਾ ਤਾਂ ਗੈਸਿਸ ਨਿਕਲਦੀਆਂ ਨੇ, ਤਾਂ ਉਹ ਗੈਸਿਸ ਬਹੁਤ ਹੀ ਸਪੀਡ 'ਤੇ ਨੀਚੇ ਵੱਲ ਨੂੰ ਨਿਚਲੀ ਡਾਇਰੈਕਸ਼ਨ ਵੱਲ ਨਿਕਲਦੇ ਆ। ਮਤਲਬ ਇਸ ਤਰੀਕੇ ਨਾਲ ਰੋਕਟ ਹੁੰਦਾ ਜਿਹੜਾ, ਤਾਂ ਗੈਸਿਸ ਨੀਚੇ ਵੱਲ ਨੂੰ ਨਿਕਲਦੀਆਂ ਨੇ ਅਤੇ ਜੋ ਨੀਚੇ ਵੱਲ ਨੂੰ ਨਿਕਲੀਆਂ ਨੇ, ਠੀਕ ਹੈ ਨਾ, ਤਾਂ ਇਹ ਰੋਕਟ ਉੱਪਰ ਵੱਲ ਨੂੰ ਅੱਗੇ ਵੱਲ ਨੂੰ ਚਲਾ ਜਾਂਦਾ ਹੁੰਦਾ। ਰੀਜ਼ਨ ਇਹੀ ਹੈ ਨਿਊਟਨ ਦਾ ਥਰਡ ਲਾਅ। ਤਾਂ ਐਕਸ਼ਨ ਨੀਚੇ ਵੱਲ ਨੂੰ ਹੋ ਰਿਹਾ ਅਤੇ ਰਿਐਕਸ਼ਨ ਤੁਹਾਨੂੰ ਪਤਾ ਰੋਕਟ ਅੱਗੇ ਵੱਲ ਨੂੰ ਚਲਾ ਜਾਂਦਾ ਹੈ। ਉਸ ਤੋਂ ਬਾਅਦ ਇੱਕ ਹੋਰ ਐਗਜ਼ਾਮਪਲ ਦੇਖੋ, ਵਾਈਲ ਸਵੀਮਿੰਗ ਆ ਪਰਸਨ ਪੁਸ਼ਿਜ਼ ਦੀ ਵਾਟਰ ਬੈਕਵਰਡ ਦੀ ਵਾਟਰ ਪੁਸ਼ਿਜ਼ ਦੀ ਸਵਿਮਰ ਫਾਰਵਰਡ। ਤਾਂ ਜਦੋਂ ਪਰਸਨ ਸਵੀਮਿੰਗ ਕਰਦਾ ਹੁੰਦਾ ਹੈ ਤਾਂ ਸਵੀਮਿੰਗ ਕਰਦੇ ਕਰਦੇ ਤਾਂ ਉਹ ਪਾਣੀ ਨੂੰ ਬੈਕਵਰਡ ਡਾਇਰੈਕਸ਼ਨ ਦੇ ਵਿੱਚ ਇਸ ਤਰੀਕੇ ਨਾਲ ਪਾਣੀ ਨੂੰ ਮੂਵ ਕਰਾਉਂਦਾ ਹੁੰਦਾ ਹੈ ਅਤੇ ਪਰਸਨ ਖੁਦ ਆਪਣਾ ਅੱਗੇ ਵੱਲ ਨੂੰ ਮੂਵ ਕਰਦਾ। ਤਾਂ ਰੀਜ਼ਨ ਇਹੀ ਹੈ ਕਿਉਂਕਿ ਪਰਸਨ ਨੇ ਪਾਣੀ ਨੂੰ ਪੁਸ਼ ਕੀਤਾ ਬੈਕਵਰਡ ਡਾਇਰੈਕਸ਼ਨ ਦੇ ਵਿੱਚ ਅਤੇ ਪਾਣੀ ਨੇ ਪਰਸਨ ਨੂੰ ਅੱਗੇ ਵੱਲ ਧਕੇਲਤਾ, ਠੀਕ ਹੈ। ਤਾਂ ਸਾਰੇ ਦੇ ਰੀਜ਼ਨ ਆਪਣਾ ਨਿਊਟਨਸ ਥਰਡ ਲਾਅ ਹੀ ਮੋਸ਼ਨ ਦੇ ਨੇ। ਉਸ ਤੋਂ ਬਾਅਦ ਲਾਅ ਆਫ ਕੰਜ਼ਰਵੇਸ਼ਨ ਆਫ ਲੀਨੀਅਰ ਮੋਮੈਂਟਮ, ਵੀ ਜਿਹੜਾ ਮੋਮੈਂਟਮ ਹੈ ਹਰ ਵੇਲੇ ਕੌਨਸਟੈਂਟ ਰਹਿੰਦਾ ਹੁੰਦਾ ਹੈ। ਤਾਂ ਇਫ ਐਨ ਐਕਸਟਰਨਲ ਫੋਰਸ ਐਕਟਿੰਗ ਔਨ ਅ ਸਿਸਟਮ ਇਜ਼ ਜ਼ੀਰੋ ਦੀ ਟੋਟਲ ਮੋਮੈਂਟਮ ਆਫ ਦੀ ਸਿਸਟਮ ਰਿਮੇਨਸ ਕੌਨਸਟੈਂਟ। ਜੇ ਆਪਣੀ ਐਕਸਟਰਨਲ ਫੋਰਸ ਠੀਕ ਹੈ ਨਾ ਜ਼ੀਰੋ, ਸਿਸਟਮ ਦੀ ਜ਼ੀਰੋ ਹੈਗੀ ਹੈ ਤਾਂ ਟੋਟਲ ਮੋਮੈਂਟਮ ਆਫ ਦੀ ਸਿਸਟਮ ਰਿਮੇਨਸ ਕੌਨਸਟੈਂਟ। ਇਹੀ ਹੈਗਾ ਲੀਨੀਅਰ ਮੋਮੈਂਟਮ, ਕੰਜ਼ਰਵੇਸ਼ਨ ਆਫ ਲੀਨੀਅਰ ਮੋਮੈਂਟਮ। ਤਾਂ ਇਹਦੇ ਐਗਜ਼ਾਮਪਲਸ ਨੇ ਬੜੀਆਂ ਫੇਮਸ, ਰੋਕਟ ਵਰਕਸ ਔਨ ਦੀ ਪ੍ਰਿੰਸੀਪਲ ਆਫ ਕੰਜ਼ਰਵੇਸ਼ਨ ਆਫ ਲੀਨੀਅਰ ਮੋਮੈਂਟਮ। ਤਾਂ ਇਹਦਾ ਬਹੁਤ ਫੇਮਸ, ਪਤਾ ਨਹੀਂ ਕਿੰਨੀ ਵਾਰ ਕੁਐਸਚਨ ਆ ਚੁੱਕਾ ਵੀ ਰੋਕਟ ਕਿਹਦੇ 'ਤੇ ਵਰਕ ਕਰਦਾ ਹੈ? ਕੰਜ਼ਰਵੇਸ਼ਨ ਆਫ ਲੀਨੀਅਰ ਮੋਮੈਂਟਮ ਉੱਤੇ ਵਰਕ ਕਰਦਾ ਹੈ। ਜਾਂ ਆਪਾਂ ਗੱਲ ਕਰੀਏ ਆਪਣਾ ਨਿਊਟਨ ਦੇ ਥਰਡ ਲਾਅ ਉੱਤੇ। ਓਕੇ, ਵੈਨ ਅ ਮੈਨ ਜੰਪਸ ਫਰੋਮ ਅ ਬੋਟ ਟੂ ਦੀ ਸ਼ੋਰ ਦੀ ਬੋਟ ਸਲਾਈਟਲੀ ਮੂਵਸ ਅਵੇ ਫਰੋਮ ਦੀ ਸ਼ੋਰ। ਇਹ ਵੀ ਇੱਕ ਰੀਜ਼ਨ ਹੈ ਆਪਣਾ ਮੋਮੈਂਟਮ ਦਾ ਕੰਜ਼ਰਵੇਸ਼ਨ। ਵੈਨ ਅ ਬੁਲੇਟ ਇਜ਼ ਫਾਇਰਡ ਫਰੋਮ ਅ ਗਨ ਦੀ ਗਨ ਰਿਕੋਇਲ ਔਰ ਗਿਵ ਅ ਸ਼ਾਰਪ ਪੁਲ ਇਨ ਦੀ ਬੈਕਵਰਡ ਡਾਇਰੈਕਸ਼ਨ। ਤਾਂ ਇਹ ਵੀ ਰੀਜ਼ਨ ਹੈ ਆਪਣਾ ਕੰਜ਼ਰਵੇਸ਼ਨ ਆਫ ਲੀਨੀਅਰ ਮੋਮੈਂਟਮ ਦਾ। ਤਾਂ ਇੱਕ ਹੁੰਦੀ ਹੈ ਆਪਣੀ ਇੰਪਲਸ ਹੁੰਦੀ ਹੈ। ਤਾਂ ਇੰਪਲਸ ਕੀ ਹੈ? ਬੇਸਿਕਲੀ ਕਹਿੰਦਾ ਇਫ ਅ ਫੋਰਸ ਐਕਟ ਔਨ ਅ ਬੋਡੀ ਫॉर ਅ ਵੈਰੀ ਸ਼ਾਰਟ ਟਾਈਮ, ਜੇ ਇੱਕ ਬੋਡੀ ਉੱਤੇ ਫੋਰਸ ਲੱਗ ਰਿਹਾ ਬਿਲਕੁਲ ਇੱਕ ਮਾਮੂਲੀ ਜਿਹੇ ਟਾਈਮ ਦੇ ਲਈ, ਤਾਂ ਉਸ ਨੂੰ ਆਪਾਂ ਦੀ ਪ੍ਰੋਡਕਟ ਆਫ ਫੋਰਸ ਐਂਡ ਟਾਈਮ ਇਜ਼ ਕਾਲਡ ਇੰਪਲਸ। ਤਾਂ ਉਸ ਨੂੰ ਆਪਾਂ ਕੀ ਬੋਲਦੇ ਨੇ? ਇੰਪਲਸ ਬੋਲਦੇ ਨੇ। ਜਦੋਂ ਆਪਣੀ ਫੋਰਸ ਇੱਕ ਛੋਟੇ ਜਿਹੇ ਟਾਈਮ ਦੇ ਲਈ ਬਿਲਕੁਲ ਲੱਗਦੀ ਹੈ ਕਿਸੇ ਬੋਡੀ ਦੇ ਉੱਤੇ, ਜੇ ਆਪਾਂ ਉਹਨਾਂ ਨੂੰ ਮਲਟੀਪਲਾਈ ਕਰਦੇ ਤਾਂ ਕੀ ਮਿਲ ਜਾਂਦਾ ਆਪਾਂ ਨੂੰ? ਇੰਪਲਸ ਮਿਲ ਜਾਂਦੀ ਹੈ। ਤਾਂ ਇੰਪਲਸ ਕੀ ਹੈ? ਬੇਸਿਕਲੀ ਚੇਂਜ ਇਨ ਮੋਮੈਂਟਮ। ਤਾਂ ਇੰਪਲਸ ਕੀ ਹੈ? ਫੋਰਸ ਇਨਟੂ ਟਾਈਮ ਇੰਟਰਵੈਲ। ਤਾਂ ਓਬਵੀਅਸ ਗੱਲ ਹੈ ਇੰਪਲਸ ਵੀ ਕੀ ਹੈ? ਆਪਣੀ ਇੱਕ ਵੈਕਟਰ ਕੁਆਂਟਿਟੀ ਹੈਗੀ ਇੰਪਲਸ, ਠੀਕ ਹੈ। ਤਾਂ ਐਸਆਈ ਯੂਨਿਟ ਕੀ ਹੈ? ਦੇਖੋ ਫੋਰਸ ਦੀ ਐਸਆਈ ਯੂਨਿਟ ਤੁਹਾਨੂੰ ਪਤਾ ਹੈ ਨਿਊਟਨ ਹੁੰਦੀ ਹੈ, ਅਤੇ ਟਾਈਮ ਇੰਟਰਵੈਲ ਦੀ ਜਿਹੜੀ ਐਸਆਈ ਯੂਨਿਟ ਹੁੰਦੀ ਹੈ ਉਹ ਹੁੰਦੀ ਹੈ ਆਪਣੀ ਸੈਕਿੰਡ। ਤਾਂ ਨਿਊਟਨ ਸੈਕਿੰਡ ਇਸ ਦੀ ਯੂਨਿਟ ਹੋ ਜਾਂਦੀ ਹੈ ਆਪਣੀ ਇੰਪਲਸ ਦੀ। ਤਾਂ ਫੋਰਸ ਇਨਟੂ ਟਾਈਮ ਇੰਟਰਵੈਲ ਤੁਹਾਨੂੰ ਫਾਰਮੂਲਾ ਯਾਦ ਰੱਖਣਾ ਇੰਪਲਸ ਦਾ, ਤਾਂ ਤੁਸੀਂ ਈਜ਼ੀਲੀ ਤੁਹਾਨੂੰ ਇਹਦੀ ਯੂਨਿਟਾਂ ਵੀ ਯਾਦ ਰਹਿ ਜਾਣਗੀਆਂ। ਓਕੇ, ਤਾਂ ਕੰਸੈਪਟ ਆਫ ਇੰਪਲਸ ਕੀ ਹੈ? ਬੇਸਿਕਲੀ ਤਾਂ ਕ੍ਰਿਕਟਰ ਮੂਵਸ ਹਿਜ਼ ਹੈਂਡਸ ਬੈਕਵਰਡ ਵਾਈਲ ਕੈਚਿੰਗ ਅ ਬਾਲ। ਦੇਖੋ ਨਾ, ਜੇ ਇੱਕੋ ਦਮ ਕੀ ਹੈ ਕ੍ਰਿਕਟਰ ਹੈ ਜਿਹੜਾ ਬਾਲ ਨੂੰ ਕੈਚ ਕਰੂਗਾ ਤਾਂ ਉਹਦਾ ਹੈਂਡ ਹੈ ਜਿਹੜਾ ਹਰਟ ਕਰੂਗਾ। ਉਹਦਾ ਰੀਜ਼ਨ ਇਹੀ ਹੈ ਵੀ ਇੱਕ ਫੋਰਸ ਲੱਗ ਰਿਹਾ ਬਹੁਤ ਹੀ ਛੋਟੇ ਸਮੇਂ ਦੇ ਲਈ, ਤਾਂ ਇੱਕੋਦਮ ਹੱਥ ਹੈ ਜਿਹੜਾ ਉਹ ਕੀ ਹੋ ਜਾਊਗਾ? ਹਰਟ ਹੋ ਜਾਊਗਾ। ਇਸ ਲਈ ਉਹ ਕੀ ਕਰਦਾ? ਹੈਂਡ ਨੂੰ ਪਿੱਛੇ ਕਰਦਾ ਹੁੰਦਾ ਵੀ ਤਾਂ ਜੋ ਜਿਹੜੀ ਉਹ ਫੋਰਸ ਲੱਗ ਰਹੀ ਹੈ
ਉਹ ਉੱਤੇ ਸਮਾਂ ਵੱਧ ਜਾਵੇ ਤਾਂ ਦੈਟਸ ਵਾਈ ਕੀ ਹੋ ਜਾਂਦਾ ਹੁੰਦਾ ਹੈ, ਉਹ ਜਿਹੜੀ ਫੋਰਸ ਲੱਗਣੀ ਹੁੰਦੀ ਹੈ ਉਹ ਘੱਟ ਲੱਗਦੀ ਹੈ, ਫਿਰ ਜਿਹਦੇ ਨਾਲ ਉਹਦਾ ਹੈਂਡ ਹੈ ਉਹ ਬਚ ਜਾਂਦਾ ਹੁੰਦਾ ਹੈ। ਪਰਸਨ ਜੰਪਿੰਗ ਫਰੋਮ ਅ ਹਾਈਟ ਔਨ ਅ ਕੰਕਰੀਟ ਫਲੋਰ ਰਿਸੀਵਸ ਮੋਰ ਇੰਜਰੀ ਦੈਨ ਵੈਨ ਜੰਪਿੰਗ ਔਨ ਅ ਸਪੌਂਜੀ ਫਲੋਰ। ਤਾਂ ਜਦੋਂ ਇੱਕ ਦੇਖੋ ਸਪੌਂਜੀ ਫਲੋਰ 'ਤੇ ਜੰਪ ਕਰ ਰਿਹਾ ਪਰਸਨ ਕੰਕਰੀਟ ਫਲੋਰ ਦੇ ਉੱਤੇ, ਤਾਂ ਇੱਕੋਦਮ ਜਦੋਂ ਜੰਪ ਕੀਤਾ ਤਾਂ ਜਿਹੜਾ ਗੋਡਾ ਹੈਗਾ ਉਹ ਕੰਕਰੀਟ ਉੱਤੇ ਵੱਜਿਆ, ਤਾਂ ਇੱਕੋਦਮ ਵੱਜਿਆ ਨਾ, ਤਾਂ ਟਾਈਮ ਇੰਟਰਵਲ ਬਹੁਤ ਘੱਟ ਤਾਂ ਇੰਪਲਸ। ਓਕੇ, ਤਾਂ ਜੇ ਹੀ ਇਹ ਸਪੌਂਜ ਰੱਖਿਆ ਹੁੰਦਾ ਤਾਂ ਸਪੌਂਜ ਜਦੋਂ ਪ੍ਰੈਸ ਹੁੰਦਾ ਉਹ ਟਾਈਮ ਇੰਟਰਵਲ ਇੰਕਰੀਜ਼ ਕਰ ਦਿੰਦਾ ਹੁੰਦਾ, ਜਿਹਦੇ ਨਾਲ ਕੀ ਹੈ ਪਰਸਨ ਹੈ ਜਿਹੜਾ ਉਹ ਸੱਟ ਲੱਗਣ ਤੋਂ ਬਚ ਜਾਂਦਾ ਹੁੰਦਾ। ਓਕੇ, ਤਾਂ ਹੋਪ ਕਰਦਾ ਤੁਹਾਨੂੰ ਇਹ ਸੈਸ਼ਨ ਬਹੁਤ ਹੀ ਅੱਛਾ ਲੱਗਿਆ ਹੋਊਗਾ। ਤਾਂ ਪਲੀਜ਼ ਸੈਸ਼ਨ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਆਪਣੇ ਫਰੈਂਡਸ ਦੇ ਵਿੱਚ ਵੀ, ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਪੰਜਾਬ ਦੇ ਸਟੂਡੈਂਟਸ ਆਪਣੀ ਇਸ ਵੀਡੀਓਜ਼ ਨੂੰ ਦੇਖ ਸਕਣ ਅਤੇ ਉਹਨਾਂ ਨੂੰ ਵੀ ਇੱਕ ਅੱਛਾ ਡਾਟਾ ਮਿਲ ਸਕੇ। ਥੈਂਕ ਯੂ ਐਵਰੀਵਨ ਫॉर ਵਾਚਿੰਗ ਮਾਈ ਵੀਡੀਓ।